ਮੇਰਾ ਨਾਮ ਸ਼ਾਲਿਨੀ ਹੈ ਅਤੇ ਮੈਂ 24 ਸਾਲ ਦੀ ਹਾਂ। ਮੈਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਫਸੋਸ ਉਦੋਂ ਹੋਇਆ ਜਦੋਂ ਮੈਂ ਬਿਨਾਂ ਕੁਝ ਜਾਣੇ ਕੁਝ ਔਰਤਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਇਹ ਸਭ ਮੇਰੀ ਗਲਤੀ ਕਾਰਨ ਹੋਇਆ ਅਤੇ ਮੈਂ ਉਸ ਦਿਨ ਲਈ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕਦੀ, ਕਿਉਂਕਿ ਮੇਰੇ ਕਰਕੇ ਉਹਨਾਂ ਗਰੀਬ ਔਰਤਾਂ ਕੋਲ ਖਾਣ ਲਈ ਕੁਝ ਨਹੀਂ ਬਚਿਆ ਸੀ। ਉਹਨਾਂ ਦਾ ਸਾਰਾ ਘਰ ਤਬਾਹ ਹੋ ਗਿਆ ਸੀ ਅਤੇ ਉਹਨਾਂ ਦਾ ਸਭ ਕੁਝ ਲੁੱਟ ਗਿਆ ਸੀ। ਮੈਨੂੰ ਯਕੀਨ ਹੈ ਕਿ ਉਹ ਔਰਤਾਂ ਅੱਜ ਤੱਕ ਮੈਨੂੰ ਇਸ ਗੱਲ 'ਤੇ ਸ਼ਰਾਪ ਦਿੰਦੀਆਂ ਹੋਣਗੀਆਂ। ਅੱਜ ਵੀ ਉਹ ਔਰਤਾਂ ਮੈਨੂੰ ਗਾਲਾਂ ਕੱਢ ਰਹੀਆਂ ਹੋਣਗੀਆਂ, ਕਿਉਂਕਿ ਮੈਂ ਉਹਨਾਂ ਨੂੰ ਉਹ ਗਲਤ ਰਸਤਾ ਵਿਖਾਇਆ ਸੀ ਜਿਸ ਬਾਰੇ ਮੈਨੂੰ ਖੁਦ ਵੀ ਪਤਾ ਨਹੀਂ ਸੀ। ਜੇ ਮੈਨੂੰ ਇਸ ਬਾਰੇ ਥੋੜ੍ਹਾ ਜਿਹਾ ਵੀ ਪਤਾ ਹੁੰਦਾ ਤਾਂ ਮੈਂ ਕਦੇ ਵੀ ਉਹਨਾਂ ਔਰਤਾਂ ਨੂੰ ਉੱਥੇ ਜਾਣ ਲਈ ਨਾ ਆਖਦੀ। ਮੈਂ ਖੁਦ ਇਸ ਗਲਤਫਹਿਮੀ ਦਾ ਸ਼ਿਕਾਰ ਹੋ ਗਈ ਸੀ। ਮੇਰਾ ਨਾਮ ਸ਼ਾਲਿਨੀ ਹੈ। ਜਦੋਂ ਤੋਂ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ, ਮੇਰੇ ਪਰਿਵਾਰ ਵਾਲੇ ਮੇਰਾ ਵਿਆਹ ਕਰਵਾਉਣ ਲਈ ਕਾਹਲੇ ਸਨ, ਪਰ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਹਮੇਸ਼ਾ ਇਹ ਕਹਿ ਕੇ ਮਨਾ ਕਰਦੀ ਸੀ ਕਿ ਮੈਂ ਹੁਣੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ, ਕਿਉਂਕਿ ਮੈਂ ਰੋਹਿਤ ਨੂੰ ਪਸੰਦ ਕਰਦੀ ਸੀ ਅਤੇ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਇਹ ਦੱਸਣ ਤੋਂ ਬਹੁਤ ਡਰਦੀ ਸੀ, ਕਿਉਂਕਿ ਮੇਰੇ ਪਿਤਾ ਜੀ ਅਤੇ ਭਰਾ ਬਹੁਤ ਸਖਤ ਸਨ ਅਤੇ ਮੈਨੂੰ ਪਤਾ ਸੀ ਕਿ ਜਦੋਂ ਮੇਰੇ ਪਿਤਾ ਜੀ ਅਤੇ ਭਰਾ ਨੂੰ ਪਤਾ ਲੱਗੇਗਾ ਕਿ ਮੈਂ ਇੱਕ ਲੜਕੇ ਨੂੰ ਪਸੰਦ ਕਰਦੀ ਹਾਂ ਤਾਂ ਉਹ ਬਹੁਤ ਗੁੱਸੇ ਹੋ ਜਾਣਗੇ। ਮੇਰੇ 'ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾਣਗੀਆਂ ਅਤੇ ਮੇਰੇ ਘਰ ਤੋਂ ਬਾਹਰ ਨਿਕਲਣਾ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਰੋਹਿਤ ਨਾਲ ਮੇਰੀ ਪਹਿਲੀ ਮੁਲਾਕਾਤ ਮੇਰੇ ਦੋਸਤ ਦੇ ਘਰ ਹੋਈ ਸੀ, ਕਿਉਂਕਿ ਰੋਹਿਤ ਮੇਰੀ ਦੋਸਤ ਦਾ ਭਰਾ ਸੀ। ਮੇਰੀ ਸਹੇਲੀ ਦਾ ਨਾਂ ਤਨੂ ਸੀ। ਅਸੀਂ ਦੋਵੇਂ ਇਕੱਠੇ ਪੜ੍ਹਦੀਆਂ ਸੀ। ਸਾਡੀ ਬਹੁਤ ਚੰਗੀ ਦੋਸਤੀ ਸੀ। ਤਨੂ ਮੇਰੇ ਲਈ ਮੇਰੀਆਂ ਭੈਣਾਂ ਵਰਗੀ ਸੀ ਅਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ। ਤਨੂ ਦੀ ਕੋਈ ਭੈਣ ਨਹੀਂ ਸੀ। ਉਹ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਸ਼ਾਲਿਨੀ, ਜਦੋਂ ਤੋਂ ਮੈਂ ਤੈਨੂੰ ਮਿਲੀ ਹਾਂ, ਮੈਨੂੰ ਕਿਸੇ ਭੈਣ ਦੀ ਕਮੀ ਬਿਲਕੁਲ ਵੀ ਮਹਿਸੂਸ ਨਹੀਂ ਹੁੰਦੀ। ਇਸ ਲਈ ਮੈਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੀ ਕਿ ਤਨੂ ਨੂੰ ਕਦੇ ਵੀ ਭੈਣ ਦੀ ਘਾਟ ਮਹਿਸੂਸ ਨਾ ਹੋਵੇ ਅਤੇ ਮੈਂ ਉਸ ਨੂੰ ਆਪਣੀ ਅਸਲੀ ਭੈਣਾਂ ਵਾਂਗ ਸਮਝਦੀ ਹਾਂ। ਜਦੋਂ ਤੋਂ ਸਾਡੀ ਪੜ੍ਹਾਈ ਪੂਰੀ ਹੋਈ ਸੀ, ਕਈ ਵਾਰ ਤਨੂ ਮੇਰੇ ਘਰ ਆ ਜਾਂਦੀ ਸੀ ਮੈਨੂੰ ਮਿਲਣ ਲਈ ਤੇ ਕਦੇ ਮੈਂ ਉਸ ਦੇ ਘਰ ਚਲੀ ਜਾਂਦੀ ਸੀ ਉਸ ਨੂੰ ਮਿਲਣ ਲਈ। ਜਦੋਂ ਵੀ ਤਨੂ ਮੈਨੂੰ ਮਿਲਣ ਲਈ ਮੇਰੇ ਘਰ ਆਉਂਦੀ ਸੀ, ਰੋਹਿਤ ਉਸ ਨੂੰ ਲੈਣ ਮੇਰੇ ਘਰ ਆਉਂਦਾ ਸੀ ਅਤੇ ਇਸ ਤਰ੍ਹਾਂ ਅਸੀਂ ਇੱਕ ਦੂਜੇ ਨੂੰ ਦੇਖਦੇ ਸੀ। ਸਾਨੂੰ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਕਾਫੀ ਦੇਰ ਤੱਕ ਅਸੀਂ ਇੱਕ ਦੂਜੇ ਨਾਲ ਫੋਨ 'ਤੇ ਹੀ ਗੱਲ ਕਰਦੇ ਰਹੇ। ਫਿਰ ਜਦੋਂ ਮੇਰੇ ਵਿਆਹ ਦੀ ਗੱਲ ਹੋਈ ਤਾਂ ਫਿਰ ਰੋਹਿਤ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਤੈਨੂੰ ਕਦੇ ਵੀ ਕਿਸੇ ਹੋਰ ਦੀ ਨਹੀਂ ਹੋਣ ਦਿਆਂਗਾ। ਮੈਂ ਤੇਰੇ ਲਈ ਆਪਣਾ ਰਿਸ਼ਤਾ ਭੇਜਣਾ ਚਾਹੁੰਦਾ ਹਾਂ, ਪਰ ਮੈਂ ਰੋਹਿਤ ਨੂੰ ਇਹ ਸਮਝਾਉਂਦੀ ਰਹਿੰਦੀ ਸੀ ਕਿ ਉਹ ਉਦੋਂ ਤੱਕ ਰਿਸ਼ਤਾ ਨਾ ਭੇਜੇ ਜਦੋਂ ਤੱਕ ਉਸ ਨੂੰ ਕੋਈ ਨੌਕਰੀ ਨਹੀਂ ਮਿਲ ਜਾਂਦੀ, ਕਿਉਂਕਿ ਮੇਰੇ ਪਿਤਾ ਜੀ ਅਤੇ ਭਰਾ ਕਦੇ ਵੀ ਮੇਰਾ ਵਿਆਹ ਕਿਸੇ ਬੇਰੁਜ਼ਗਾਰ ਲੜਕੇ ਨਾਲ ਨਹੀਂ ਕਰਵਾਉਣਗੇ ਅਤੇ ਇਸ ਰਿਸ਼ਤੇ ਤੋਂ ਇਨਕਾਰ ਕਰ ਦੇਣਗੇ। ਤੁਸੀਂ ਪਹਿਲਾਂ ਕੋਈ ਚੰਗੀ ਨੌਕਰੀ ਲੱਭੋ ਅਤੇ ਫਿਰ ਇੱਥੇ ਆਉਣਾ, ਕਿਉਂਕਿ ਮੇਰੇ ਪਿਤਾ ਜੀ ਬਹੁਤ ਸਖਤ ਹਨ। ਜੇ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਸ਼ੱਕ ਹੋਇਆ ਤਾਂ ਉਹ ਮੈਨੂੰ ਮਾਰ ਦੇਣਗੇ। ਇੱਕ ਦਿਨ ਜਦੋਂ ਮੈਂ ਤਨੂ ਦੇ ਘਰ ਗਈ ਤਾਂ ਉੱਥੇ ਮੈਂ 4-5 ਔਰਤਾਂ ਵੇਖੀਆਂ। ਜਦੋਂ ਮੈਂ ਤਨੂ ਨੂੰ ਪੁੱਛਿਆ ਕਿ ਇਹ ਔਰਤਾਂ ਕੌਣ ਹਨ ਅਤੇ ਇੱਥੇ ਕਿਵੇਂ ਆਈਆਂ ਹੋਈਆਂ ਹੈ, ਫਿਰ ਉਸਨੇ ਮੈਨੂੰ ਦੱਸਿਆ ਕਿ ਮੇਰਾ ਇੱਕ ਭਰਾ ਹੈ ਜੋ ਰੋਹਿਤ ਭਾਈ ਤੋਂ ਵੱਡਾ ਹੈ। ਉਹ ਡਾਕਟਰ ਹੈ ਅਤੇ ਲੋਕਾਂ ਦਾ ਇਲਾਜ ਕਰਦਾ ਹੈ। ਤਨੂ ਨੇ ਮੈਨੂੰ ਦੱਸਿਆ ਕਿ ਮੇਰਾ ਭਰਾ ਨੂੰ ਜੋ ਮਰੀਜ਼ਾਂ ਤੋਂ ਥੋੜ੍ਹੇ ਜਿਹੇ ਪੈਸੇ ਮਿਲਦੇ ਹਨ, ਜਿਸ ਨਾਲ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ। ਤਨੂ ਨੇ ਮੈਨੂੰ ਦੱਸਿਆ ਕਿ ਮੇਰਾ ਭਰਾ ਖਾਸ ਤੌਰ 'ਤੇ ਉਹਨਾਂ ਔਰਤਾਂ ਦਾ ਇਲਾਜ ਕਰਦਾ ਹੈ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ। ਤਨੂ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਇਹ ਗੱਲ ਆਈ, ਸਾਡੇ ਇਲਾਕੇ ਵਿੱਚ ਕੁਝ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਦੇ ਬੱਚੇ ਨਹੀਂ ਹਨ। ਉਹਨਾਂ ਨੇ ਕਾਫੀ ਇਲਾਜ ਕਰਵਾਇਆ ਹੈ। ਕਿਉਂ ਨਾ ਉਹਨਾਂ ਔਰਤਾਂ ਨੂੰ ਮੈਂ ਤਨੂ ਦੇ ਭਰਾ ਬਾਰੇ ਦੱਸਾਂ। ਹੋ ਸਕਦਾ ਹੈ ਕਿ ਉਹਨਾਂ ਨੂੰ ਇੱਥੋਂ ਕੁਝ ਫਾਇਦਾ ਮਿਲ ਜਾਵੇ ਅਤੇ ਉਹਨਾਂ ਦੇ ਕੋਈ ਬੱਚਾ ਪੈਦਾ ਹੋ ਜਾਵੇ। ਇਸ ਤਰ੍ਹਾਂ ਉਹਨਾਂ ਔਰਤਾਂ ਨੂੰ ਵੀ ਫਾਇਦਾ ਹੋ ਜਾਵੇਗਾ ਅਤੇ ਫਿਰ ਤਨੂ ਦੇ ਭਰਾ ਨੂੰ ਵੀ ਥੋੜ੍ਹਾ ਫਾਇਦਾ ਹੋ ਜਾਵੇਗਾ। ਫਿਰ ਮੈਂ ਆਪਣੇ ਘਰ ਚਲੀ ਗਈ ਅਤੇ ਘਰ ਜਾ ਕੇ ਇਹ ਗੱਲ ਮੈਂ ਆਪਣੀ ਮਾਂ ਨੂੰ ਦੱਸੀ। ਮਾਤਾ ਜੀ ਕਦੇ-ਕਦੇ ਸਾਡੇ ਇਲਾਕੇ ਦੀਆਂ ਔਰਤਾਂ ਦੇ ਘਰ ਜਾਇਆ ਕਰਦੇ ਸਨ
ਅਤੇ ਕਈ ਔਰਤਾਂ ਵੀ ਸਾਡੇ ਘਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੀ, ਕਿਉਂਕਿ ਮੇਰੀ ਮਾਂ ਕੱਪੜਿਆਂ ਤੇ ਕਢਾਈ ਦਾ ਕੰਮ ਕਰਦੀ ਸੀ ਅਤੇ ਕਈ ਔਰਤਾਂ ਮੇਰੀ ਮਾਂ ਕੋਲੋਂ ਆਪਣੇ ਕੱਪੜਿਆਂ ਤੇ ਕਢਾਈ ਕਰਵਾਉਂਦੀਆਂ ਸਨ। ਜਦੋਂ ਮਾਂ ਉਹਨਾਂ ਦੇ ਕੱਪੜੇ ਤਿਆਰ ਕਰ ਲੈਂਦੀ ਤਾਂ ਕਈ ਵਾਰ ਉਹਨਾਂ ਨੂੰ ਦੇਣ ਲਈ ਉਹਨਾਂ ਦੇ ਘਰ ਚਲੀ ਜਾਂਦੀ ਸੀ। ਇਸ ਕਰਕੇ ਮਾਂ ਕਈ ਔਰਤਾਂ ਨਾਲ ਗੱਲਬਾਤ ਕਰਦੀ ਰਹਿੰਦੀ ਸੀ। ਤਨੂ ਦੇ ਭਰਾ ਬਾਰੇ ਮੰਮੀ ਨੇ ਕਈ ਔਰਤਾਂ ਨੂੰ ਕਿਹਾ ਸੀ ਕਿ ਤੁਸੀਂ ਉੱਥੇ ਜਾ ਕੇ ਇਲਾਜ ਕਰਵਾਓ। ਉਹਨਾਂ ਕੋਲ ਬਹੁਤ ਸਾਰੀਆਂ ਔਰਤਾਂ ਇਲਾਜ ਕਰਵਾਉਣ ਲਈ ਆਉਂਦੀਆਂ ਹਨ। ਮੰਮੀ ਦੀ ਤਾਂ ਬਸ ਕਹਿਣ ਦੀ ਹੀ ਦੇਰ ਸੀ। ਔਰਤਾਂ ਨੂੰ ਤਾਂ ਡਾਕਟਰ ਨਾਲੋਂ ਹਕੀਮ ਅਤੇ ਵੈਦਾਂ ਤੇ ਜ਼ਿਆਦਾ ਯਕੀਨ ਹੁੰਦਾ ਹੈ। ਉਹਨਾਂ ਔਰਤਾਂ ਨੇ ਤਨੂ ਦੇ ਭਰਾ ਦਾ ਪਤਾ ਪੁੱਛਿਆ। ਮੰਮੀ ਨੇ ਉਹਨਾਂ ਔਰਤਾਂ ਨੂੰ ਪਤਾ ਦੱਸਿਆ। ਫਿਰ ਕੁਝ ਦਿਨਾਂ ਬਾਅਦ ਸਾਨੂੰ ਉਹ ਇਲਾਕਾ ਛੱਡਣਾ ਪਿਆ, ਕਿਉਂਕਿ ਭਰਾ ਜਿੱਥੇ ਕੰਮ ਕਰਦੇ ਸੀ ਉਹਨਾਂ ਨੇ ਉੱਥੇ ਘਰ ਲੈ ਲਿਆ ਸੀ ਅਤੇ ਇਹ ਘਰ ਉਹਨਾਂ ਦੀ ਦੁਕਾਨ ਤੋਂ ਬਹੁਤ ਦੂਰ ਸੀ। ਇਸ ਲਈ ਉਹਨਾਂ ਨੂੰ ਆਉਣ ਜਾਣ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਕਰਕੇ ਪਿਤਾ ਜੀ ਨੇ ਫੈਸਲਾ ਕੀਤਾ ਸੀ ਕਿ ਅਸੀਂ ਇੱਥੇ ਨਹੀਂ ਰਹਾਂਗੇ, ਉੱਥੇ ਜਾ ਕੇ ਰਹਾਂਗੇ। ਸਾਡੇ ਹਾਲਾਤ ਬਹੁਤ ਚੰਗੇ ਨਹੀਂ ਸਨ। ਭਰਾ ਨੇ ਇਹ ਘਰ ਵੀ ਕਰਜ਼ੇ ਤੇ ਲਿਆ ਸੀ। ਸਾਨੂੰ ਨਵੇਂ ਘਰ ਵਿੱਚ ਆਏ 5 ਮਹੀਨੇ ਬੀਤ ਗਏ ਸਨ ਅਤੇ ਮੈਂ ਉਹਨਾਂ 5 ਮਹੀਨਿਆਂ ਵਿੱਚ ਇੱਕ ਵਾਰ ਵੀ ਤਨੂ ਨੂੰ ਨਹੀਂ ਮਿਲ ਸਕੀ, ਕਿਉਂਕਿ ਪਿਤਾ ਜੀ ਘਰੋਂ ਨਿਕਲਣ ਦੀ ਇਜਾਜ਼ਤ ਘੱਟ ਹੀ ਦਿੰਦੇ ਸੀ ਅਤੇ ਮੈਂ ਅਕਸਰ ਰੋਹਿਤ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਸੀ। ਰੋਹਿਤ ਨੂੰ ਜਦੋਂ ਨੌਕਰੀ ਮਿਲ ਗਈ ਤਾਂ ਉਹ ਰਿਸ਼ਤਾ ਲੈ ਕੇ ਸਾਡੇ ਘਰ ਆਏ। ਉਸ ਦਿਨ ਮੈਂ ਬਹੁਤ ਖੁਸ਼ ਸੀ, ਕਿਉਂਕਿ ਮੈਨੂੰ ਆਪਣਾ ਪਿਆਰ ਮਿਲਣ ਜਾ ਰਿਹਾ ਸੀ, ਜਿਸ ਦਾ ਮੈਂ ਹਮੇਸ਼ਾ ਸੁਪਨਾ ਦੇਖਿਆ ਸੀ। ਰੋਹਿਤ ਨੂੰ ਨੌਕਰੀ ਮਿਲ ਗਈ ਸੀ, ਜਿਸ ਕਰਕੇ ਪਿਤਾ ਜੀ ਨੇ ਵੀ ਰਿਸ਼ਤੇ ਤੋਂ ਇਨਕਾਰ ਨਹੀਂ ਕੀਤਾ ਸੀ ਅਤੇ ਪਿਤਾ ਜੀ ਨੇ ਰੋਹਿਤ ਨੂੰ 4 ਮਹੀਨਿਆਂ ਦੇ ਅੰਦਰ ਵਿਆਹ ਕਰਨ ਲਈ ਕਿਹਾ ਸੀ, ਕਿਉਂਕਿ ਮੇਰੇ ਪਿਤਾ ਜੀ ਜਲਦੀ ਹੀ ਸਾਡੇ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦੇ ਸਨ ਅਤੇ ਉਹ ਚਾਹੁੰਦੇ ਸਨ ਕਿ ਮੈਂ ਆਪਣੇ ਬੱਚਿਆਂ ਦਾ ਜਿੰਨੀ ਜਲਦੀ ਹੋ ਸਕੇ ਵਿਆਹ ਕਰ ਦੇਵਾਂ। ਫਿਰ ਸ਼ਾਂਤੀਪੂਰਵਕ ਕੇਦਾਰਨਾਥ ਦੇ ਦਰਸ਼ਨਾਂ ਲਈ ਨਿਕਲ ਜਾਵਾਂਗਾ। ਇਸੇ ਲਈ ਦੋਹਾਂ ਘਰਾਂ ਵਿੱਚ ਜਲਦੀ ਵਿਆਹ ਦੀਆਂ ਤਿਆਰੀਆਂ ਕੀਤੀਆਂ ਗਈਆਂ ਅਤੇ ਫਿਰ ਮੈਂ ਬੜੇ ਹੀ ਸੁਚੱਜੇ ਢੰਗ ਨਾਲ ਵਿਆਹ ਕਰਵਾ ਲਿਆ। ਮੇਰੀ ਸਹੇਲੀ ਤਨੂ ਮੇਰੇ ਵਿਆਹ ਤੋਂ ਬਹੁਤ ਖੁਸ਼ ਸੀ, ਕਿਉਂਕਿ ਹੁਣ ਮੈਂ ਉਸਦੀ ਭਾਬੀ ਬਣ ਕੇ ਉਸਦੇ ਨਾਲ ਰਹਿਣ ਜਾ ਰਹੀ ਸੀ। ਮੇਰੇ ਵਿਆਹ ਤੋਂ ਬਾਅਦ ਤਨੂ ਅਤੇ ਮੈਂ ਹਰ ਸਮੇਂ ਇਕੱਠੇ ਰਹਿੰਦੇ ਸੀ, ਕਿਉਂਕਿ ਰੋਹਿਤ ਸਵੇਰੇ ਦਫ਼ਤਰ ਜਾਂਦਾ ਸੀ ਅਤੇ ਸ਼ਾਮ ਨੂੰ 8 ਵਜੇ ਹੀ ਘਰ ਵਾਪਸ ਆਉਂਦੇ ਸੀ। ਮੈਂ ਸਾਰਾ ਦਿਨ ਰੋਹਿਤ ਤੋਂ ਬਿਨਾਂ ਗੁਜ਼ਾਰਦੀ ਸੀ, ਪਰ ਮੈਂ ਤਨੂ ਦੇ ਹੁੰਦੇ ਹੋਏ ਬਿਲਕੁਲ ਵੀ ਬੋਰ ਨਹੀਂ ਹੁੰਦੀ ਸੀ। ਮੈਂ ਤੇ ਤਨੂ ਘਰ ਦੇ ਸਾਰੇ ਕੰਮ ਇਕੱਠੇ ਕਰਦੇ ਸੀ। ਸਾਡੇ ਘਰ ਜੋ ਵੀ ਕੋਈ ਔਰਤ ਆਉਂਦੀ ਸੀ, ਉਸ ਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਅਸੀਂ ਨਣਦ ਭਰਜਾਈ ਹਾਂ। ਮੇਰੀ ਸੱਸ ਬਹੁਤ ਖੁਸ਼ ਸੀ ਕਿ ਮੈਨੂੰ ਇੰਨੀ ਚੰਗੀ ਨੂੰਹ ਮਿਲੀ ਹੈ। ਉਹ ਹਮੇਸ਼ਾ ਮੈਨੂੰ ਅਤੇ ਤਨੂ ਨੂੰ ਹਮੇਸ਼ਾ ਇਸੇ ਤਰ੍ਹਾਂ ਰਹਿਣ ਲਈ ਕਹਿੰਦੀ ਸੀ। ਤੁਹਾਨੂੰ ਦੋਵਾਂ ਨੂੰ ਇਸ ਤਰ੍ਹਾਂ ਹੱਸਦੇ ਅਤੇ ਖੁਸ਼ ਹੁੰਦੇ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਸ਼ਾਲਨੀ, ਤੂੰ ਨੂੰਹ ਘੱਟ ਤੇ ਧੀ ਜ਼ਿਆਦਾ ਲੱਗਦੀ ਹੋ। ਮੇਰੀ ਸੱਸ ਆਪ ਵੀ ਬਹੁਤ ਚੰਗੀ ਔਰਤ ਸੀ। ਉਹ ਮੇਰੇ ਨਾਲ ਬਹੁਤ ਵਧੀਆ ਵਿਵਹਾਰ ਕਰਦੀ ਸੀ। ਇਸ ਕਰਕੇ ਸਾਡੇ ਘਰ ਦਾ ਮਾਹੌਲ ਬਹੁਤ ਵਧੀਆ ਸੀ। ਇੱਕ ਦਿਨ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਨੂੰਹ, ਹੁਣ ਮੈਂ ਦਾਦੀ ਬਣਨਾ ਚਾਹੁੰਦੀ ਹਾਂ। ਹੁਣ ਤੁਸੀਂ ਮੈਨੂੰ ਪੋਤਾ ਜਾਂ ਪੋਤੀ ਦੇ ਦਿਓ। ਮੇਰਾ ਅਜੇ ਬੱਚਾ ਕਰਨ ਦਾ ਕੋਈ ਇਰਾਦਾ ਨਹੀਂ ਸੀ, ਪਰ ਮੈਂ ਆਪਣੀ ਸੱਸ ਦਾ ਕਹਿਣਾ ਮੰਨਣ ਬਾਰੇ ਸੋਚ ਰਹੀ ਸੀ, ਕਿਉਂਕਿ ਅਸੀਂ ਜਿਸ ਘਰ ਵਿੱਚ ਰਹਿ ਰਹੇ ਸੀ ਉਹ ਘਰ ਕਿਰਾਏ ਤੇ ਸੀ। ਇਸੇ ਲਈ ਮੇਰੇ ਪਤੀ ਰੋਹਿਤ ਨੇ ਮੈਨੂੰ ਕਿਹਾ ਸੀ ਕਿ ਜਦੋਂ ਤੱਕ ਅਸੀਂ ਆਪਣਾ ਘਰ ਨਹੀਂ ਖਰੀਦ ਲੈਂਦੇ, ਉਦੋਂ ਤੱਕ ਅਸੀਂ ਬੱਚਾ ਪੈਦਾ ਨਹੀਂ ਕਰਾਂਗੇ, ਕਿਉਂਕਿ ਬੱਚੇ ਦੇ ਆਉਣ ਤੋਂ ਬਾਅਦ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ ਅਤੇ ਫਿਰ ਆਦਮੀ ਆਪਣੇ ਬੱਚਿਆਂ ਲਈ ਕੁਝ ਨਹੀਂ ਕਰ ਸਕਦਾ। ਰੋਹਿਤ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਲਈ ਘੱਟੋ ਘੱਟ ਇੱਕ ਘਰ ਖਰੀਦਾਂਗੇ ਅਤੇ ਫਿਰ ਬੱਚੇ ਪੈਦਾ ਕਰਾਂਗੇ। ਉਸ ਦਾ ਇਹ ਵਿਚਾਰ ਮੈਨੂੰ ਵੀ ਚੰਗਾ ਲੱਗਿਆ, ਇਸੇ ਲਈ ਮੈਂ ਵੀ ਹਾਂ ਕਹਿ ਦਿੱਤੀ। ਪਰ ਹੁਣ ਜਦੋਂ ਸੱਸ ਨੇ ਇਹ ਗੱਲ ਕਹੀ ਕਿ ਮੈਂ ਦਾਦੀ ਬਣਨਾ ਚਾਹੁੰਦੀ ਹਾਂ, ਇਸ ਲਈ ਮੈਂ ਰੋਹਿਤ ਨਾਲ ਗੱਲ ਕੀਤੀ ਅਤੇ ਉਸ ਸਮੇਂ ਰੋਹਿਤ ਨੇ ਮੈਨੂੰ ਜੋ ਖਬਰ ਸੁਣਾਈ, ਉਹ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ, ਕਿਉਂਕਿ ਰੋਹਿਤ ਨੇ ਮੈਨੂੰ ਦੱਸਿਆ ਕਿ ਰੋਹਿਤ ਜਿਸ ਜਗ੍ਹਾ ਤੇ ਕੰਮ ਕਰਦਾ ਸੀ, ਉਹਨਾਂ ਨੇ ਰੋਹਿਤ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਲਈ ਹੁਣ ਬੱਚੇ ਪੈਦਾ ਕਰਨ ਬਾਰੇ ਸੋਚੋ ਵੀ ਨਾ।
ਜਦੋਂ ਰੋਹਿਤ ਦੀ ਨੌਕਰੀ ਚਲੀ ਗਈ ਤਾਂ ਅਸੀਂ ਦੋਵੇਂ ਪਤੀ ਪਤਨੀ ਬਹੁਤ ਪਰੇਸ਼ਾਨ ਹੋ ਗਏ, ਕਿਉਂਕਿ ਰੋਹਿਤ ਦੀ ਤਨਖਾਹ ਅਤੇ ਮੇਰੇ ਜੇਠ ਜੀ ਦੀ ਕਮਾਈ ਨਾਲ ਤਾਂ ਸਾਡਾ ਘਰ ਚੱਲਦਾ ਸੀ ਅਤੇ ਹੁਣ ਸਾਡੀ ਜ਼ਿੰਮੇਵਾਰੀ ਵੀ ਮੇਰੇ ਜੇਠ ਜੀ ਤੇ ਆ ਗਈ ਸੀ। ਸਾਡੇ ਵਿਆਹ ਤੋਂ 6 ਮਹੀਨੇ ਬਾਅਦ ਹੀ ਮੇਰੀ ਜਠਾਣੀ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਦੋਂ ਤੋਂ ਮੇਰੇ ਜੇਠ ਜੀ ਨੇ ਦੂਜਾ ਵਿਆਹ ਨਹੀਂ ਕਰਵਾਇਆ ਸੀ। ਮੇਰੇ ਜੇਠ ਜੀ ਨੇ ਚੰਗੀ ਕਮਾਈ ਕੀਤੀ, ਇਸ ਲਈ ਉਸਨੇ ਕਦੇ ਵੀ ਸਾਨੂੰ ਬੋਝ ਨਹੀਂ ਸਮਝਿਆ ਸੀ। ਪਹਿਲਾਂ ਮੇਰੇ ਜੇਠ ਜੀ ਦੀ ਇੱਕ ਛੋਟੀ ਜਿਹੀ ਦੁਕਾਨ ਸੀ, ਪਰ ਹੁਣ ਉਹਨਾਂ ਨੇ ਆਪਣੇ ਘਰ ਵਿੱਚ ਹੀ ਇੱਕ ਛੋਟਾ ਜਿਹਾ ਹਸਪਤਾਲ ਬਣਾਇਆ ਹੋਇਆ ਸੀ, ਜਿੱਥੇ ਉਹ ਔਰਤਾਂ ਦਾ ਇਲਾਜ ਕਰਦੇ ਸੀ। ਬਹੁਤ ਸਾਰੀਆਂ ਔਰਤਾਂ ਉਸ ਕੋਲ ਇਲਾਜ ਲਈ ਆਉਂਦੀਆਂ ਸਨ ਅਤੇ ਮੇਰੇ ਜੇਠ ਜੀ ਦਿਨੋਂ ਦਿਨ ਅਮੀਰ ਹੁੰਦੇ ਜਾ ਰਹੇ ਸੀ। ਮੇਰੇ ਜੇਠ ਜੀ ਦੀ ਕਮਾਈ ਨਾਲ ਅਸੀਂ ਇੱਕ ਘਰ ਖਰੀਦਿਆ ਅਤੇ ਮੇਰੀ ਸੱਸ ਨੇ ਤਨੂ ਦੇ ਵਿਆਹ ਲਈ ਬਹੁਤ ਸਾਰੇ ਗਹਿਣੇ ਵੀ ਲੈ ਲਏ ਸਨ। ਜਦੋਂ ਮੇਰੀ ਸੱਸ ਨੇ ਮੈਨੂੰ ਇੱਕ ਵਾਰ ਫਿਰ ਕਿਹਾ ਕਿ ਹੁਣ ਤੁਸੀਂ ਇੱਕ ਬੱਚਾ ਲੈ ਲਓ, ਤਾਂ ਮੈਂ ਆਪਣੀ ਸੱਸ ਨੂੰ ਰੋਹਿਤ ਦੀ ਕਹੀ ਹੋਈ ਗੱਲ ਦੱਸ ਦਿੱਤੀ ਕਿ ਉਹ ਚਾਹੁੰਦਾ ਹੈ ਕਿ ਮੈਂ ਉਦੋਂ ਤੱਕ ਇੰਤਜ਼ਾਰ ਕਰਾਂ ਜਦੋਂ ਤੱਕ ਮੈਨੂੰ ਨੌਕਰੀ ਨਹੀਂ ਮਿਲ ਜਾਂਦੀ ਅਤੇ ਮੈਂ ਆਪਣਾ ਘਰ ਖਰੀਦ ਨਹੀਂ ਲੈਂਦਾ। ਉਦੋਂ ਤੱਕ ਆਪਾਂ ਬੱਚਾ ਪੈਦਾ ਨਹੀਂ ਕਰਾਂਗੇ। ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਇਹ ਘਰ ਵੀ ਤੁਹਾਡੇ ਲੋਕਾਂ ਦਾ ਹੀ ਹੈ, ਤੁਸੀਂ ਅਜਿਹਾ ਕਿਉਂ ਸੋਚਦੇ ਹੋ ਕਿ ਇਹ ਘਰ ਤੁਹਾਡਾ ਨਹੀਂ ਹੈ। ਇਸ ਲਈ ਤੁਸੀਂ ਇਸ ਗੱਲ ਨੂੰ ਆਪਣੇ ਮਨ ਵਿੱਚੋਂ ਕੱਢ ਦਿਓ ਅਤੇ ਬੱਚੇ ਨੂੰ ਪੈਦਾ ਕਰ ਲਓ। ਫਿਰ ਮੈਂ ਆਪਣੀ ਸੱਸ ਨੂੰ ਵੀ ਕਿਹਾ, ਮੰਮੀ, ਜੇਠ ਜੀ ਤੋਂ ਵੀ ਔਰਤਾਂ ਇਲਾਜ ਕਰਵਾਉਣ ਆਉਂਦੀਆਂ ਹਨ। ਜੇਠ ਜੀ ਉਹਨਾਂ ਔਰਤਾਂ ਦਾ ਹੀ ਇਲਾਜ ਕਰਦੇ ਹੈ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ। ਤੁਸੀਂ ਉਹਨਾਂ ਨੂੰ ਇਹ ਵੀ ਕਹਿ ਦਿਓ ਕਿ ਉਹ ਮੈਨੂੰ ਵੀ ਕੋਈ ਦਵਾਈ ਦੇ ਦੇਣ ਤਾਂ ਜੋ ਮੈਂ ਜਲਦੀ ਗਰਭਵਤੀ ਹੋ ਸਕਾਂ। ਜਦੋਂ ਮਾਂ ਨੇ ਇਹ ਗੱਲ ਮੇਰੀ ਜੇਠ ਜੀ ਨੂੰ ਦੱਸੀ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਮੇਰੀ ਭਰਜਾਈ ਦਾ ਇਲਾਜ ਨਹੀਂ ਕਰਾਂਗਾ। ਮੈਨੂੰ ਉਸ ਦੀ ਇਹ ਗੱਲ ਬਹੁਤ ਬੁਰੀ ਲੱਗੀ। ਮੈਂ ਸੋਚਿਆ ਕਿ ਸ਼ਾਇਦ ਅਸੀਂ ਉਹਨਾਂ ਦੇ ਘਰ ਰਹਿ ਰਹੇ ਹਾਂ, ਇਸ ਲਈ ਉਹ ਅਜਿਹਾ ਸੋਚ ਰਹੇ ਹੈ ਕਿ ਉਹਨਾਂ ਦੇ ਕੋਈ ਬੱਚਾ ਨਾ ਹੋਵੇ। ਮੰਮੀ ਨੇ ਮੇਰੇ ਜੇਠ ਜੀ ਨੂੰ ਕਈ ਵਾਰ ਕਿਹਾ ਸੀ, ਪਰ ਮੇਰੇ ਜੇਠ ਜੀ ਮੰਨਣ ਨੂੰ ਤਿਆਰ ਨਹੀਂ ਸੀ। ਮੈਨੂੰ ਇਸ ਗੱਲ ਤੇ ਥੋੜਾ ਸ਼ੱਕ ਹੋਣ ਲੱਗਾ ਅਤੇ ਮੈਂ ਮੇਰੇ ਜੇਠ ਜੀ ਕੋਲ ਆਉਣ ਵਾਲੀਆਂ ਔਰਤਾਂ ਨੂੰ ਪੁੱਛਣ ਲੱਗੀ, ਕਿਉਂਕਿ ਸਾਡੇ ਘਰ ਵਿੱਚ ਇੱਕ ਕਮਰਾ ਬਣਿਆ ਹੋਇਆ ਸੀ ਜਿੱਥੇ ਮੇਰੇ ਜੇਠ ਜੀ ਔਰਤਾਂ ਦਾ ਇਲਾਜ ਕਰਦੇ ਸੀ ਅਤੇ ਕਿਸੇ ਨੂੰ ਉਸ ਕਮਰੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਜਦੋਂ ਵੀ ਮੈਂ ਕਿਸੇ ਵੀ ਔਰਤ ਨੂੰ ਪੁੱਛਦੀ ਕਿ ਮੇਰੇ ਜੇਠ ਜੀ ਦੇ ਇਲਾਜ ਨਾਲ ਉਸ ਨੂੰ ਕੋਈ ਫਾਇਦਾ ਹੋਇਆ ਹੈ, ਤਾਂ ਮੈਨੂੰ ਹਰ ਆਉਣ ਵਾਲੀ ਔਰਤ ਕਹਿੰਦੀ ਸੀ ਕਿ ਮੈਂ ਪਹਿਲੀ ਵਾਰ ਆਈ ਹਾਂ ਅਤੇ ਮੈਂ ਇਹ ਉਮੀਦ ਲੈ ਕੇ ਆਈ ਹਾਂ ਕਿ ਤੁਹਾਡੇ ਜੇਠ ਜੀ ਦੇ ਇਲਾਜ ਨਾਲ ਰੱਬ ਸਾਡੇ ਖਾਲੀ ਝੋਲੀ ਵਿੱਚ ਵੀ ਇੱਕ ਬੱਚਾ ਪਾ ਦੇਵੇ। ਪਰ ਕੋਈ ਵੀ ਔਰਤ ਜੋ ਉਸ ਕਮਰੇ ਵਿੱਚ ਜਾਂਦੀ ਸੀ ਕਦੇ ਬਾਹਰ ਨਹੀਂ ਆਈ। ਪਹਿਲਾਂ ਤਾਂ ਮੈਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਔਰਤਾਂ ਕਮਰੇ ਵਿੱਚੋਂ ਬਾਹਰ ਆਉਂਦੀਆਂ ਹਨ ਜਾਂ ਨਹੀਂ, ਪਰ ਫਿਰ ਇੱਕ ਦਿਨ ਜਦੋਂ ਮੈਂ ਦੇਖਿਆ ਕਿ ਸਾਰਾ ਦਿਨ ਬੀਤ ਗਿਆ, ਨਾ ਕੋਈ ਔਰਤ ਕਮਰੇ ਵਿੱਚੋਂ ਬਾਹਰ ਆਈ ਅਤੇ ਨਾ ਹੀ ਮੇਰੇ ਜੇਠ ਜੀ ਕਮਰੇ ਵਿੱਚੋਂ ਬਾਹਰ ਆਏ। ਮੈਂ ਬਹੁਤ ਚਿੰਤਤ ਸੀ ਕਿ ਮੇਰੇ ਜੇਠ ਜੀ ਕਿਹੋ ਜਿਹਾ ਇਲਾਜ ਕਰਦੇ ਹੈ ਜੋ ਔਰਤਾਂ ਨੂੰ ਵਾਪਸ ਕਮਰੇ ਤੋਂ ਬਾਹਰ ਨਹੀਂ ਕੱਢਦੇ। ਮੈਂ ਇਸ ਬਾਰੇ ਆਪਣੀ ਸੱਸ ਨਾਲ ਵੀ ਗੱਲ ਕੀਤੀ, ਪਰ ਉਹਨਾਂ ਨੇ ਮੇਰੀਆਂ ਗੱਲਾਂ ਤੇ ਧਿਆਨ ਨਹੀਂ ਦਿੱਤਾ ਅਤੇ ਮੈਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਇਲਾਜ ਲਈ ਆਉਂਦੀਆਂ ਹੈ, ਇਸ ਲਈ ਕੁਝ ਸਮਾਂ ਤਾਂ ਲੱਗੇਗਾ ਕਿਉਂਕਿ ਉਸ ਕੋਲ ਬਹੁਤ ਭੀੜ ਹੁੰਦੀ ਹੈ। ਉਹ ਆਪਣੇ ਖਾਣ ਪੀਣ ਦਾ ਵੀ ਪਰਵਾਹ ਨਹੀਂ ਕਰਦਾ। ਮੈਂ ਆਪਣੀ ਸੱਸ ਨਾਲ ਇਸ ਬਾਰੇ ਹੋਰ ਜਿੱਦ ਨਹੀਂ ਕੀਤੀ ਕਿਉਂਕਿ ਮੈਂ ਉਸ ਨੂੰ ਸਾਫ਼-ਸਾਫ਼ ਨਹੀਂ ਦੱਸ ਸਕਦੀ ਸੀ ਕਿ ਮੈਨੂੰ ਉਸ ਦੇ ਪੁੱਤਰ ਤੇ ਸ਼ੱਕ ਸੀ। ਇਹ ਗੱਲ ਮੈਂ ਉਹਨਾਂ ਨੂੰ ਕਿਵੇਂ ਕਹਿ ਸਕਦੀ ਸੀ। ਇਸ ਲਈ ਮੈਂ ਖੁਦ ਇਸ ਗੱਲ ਦਾ ਪਤਾ ਲਗਾਉਣ ਬਾਰੇ ਸੋਚਿਆ ਕਿਉਂਕਿ ਮੈਂ ਆਪਣੇ ਸ਼ੱਕ ਨੂੰ ਦੂਰ ਕਰਨਾ ਚਾਹੁੰਦੀ ਸੀ। ਇੱਕ ਦਿਨ ਸਵੇਰੇ ਆਪਣੇ ਜੇਠ ਜੀ ਦੇ ਰੂਮ ਵਿੱਚ ਜਾਣ ਤੋਂ ਪਹਿਲਾਂ ਉਹ ਉਸ ਦੇ ਕਮਰੇ ਵਿੱਚ ਜਾ ਕੇ ਲੁਕ ਗਈ ਜਿੱਥੇ ਉਹ ਔਰਤਾਂ ਦਾ ਇਲਾਜ ਕਰਦੇ ਸੀ। ਮੇਰੇ ਕੋਲ ਹੁੰਦਿਆਂ ਹੀ 4-5 ਔਰਤਾਂ ਇਲਾਜ ਕਰਵਾਉਣ ਲਈ ਆਈਆਂ ਅਤੇ ਮੇਰੇ ਜੇਠ ਜੀ ਤੋਂ ਦਵਾਈ ਲੈਣ ਲੱਗੀਆਂ। ਮੇਰੇ ਜੇਠ ਜੀ ਉਹਨਾਂ ਨੂੰ ਦਵਾਈਆਂ ਦਿੰਦੇ ਸਮੇਂ ਉਹਨਾਂ ਤੋਂ ਮੋਟੇ ਪੈਸੇ ਮੰਗ ਰਹੇ ਸੀ। ਉਹ ਔਰਤਾਂ ਕਹਿ ਰਹੀਆਂ ਸੀ ਕਿ ਇਸ ਵਾਰ ਥੋੜੇ ਜਿਹੇ ਪੈਸੇ ਲੈ ਲਓ, ਜਦੋਂ ਅਸੀਂ ਤੁਹਾਡੀ ਦਵਾਈ ਨਾਲ ਗਰਭਵਤੀ ਹੋ ਜਾਵਾਂਗੇ ਤਾਂ ਅਸੀਂ ਤੁਹਾਨੂੰ ਬਹੁਤ ਸਾਰੇ ਪੈਸੇ ਦੇ ਦੇਵਾਂਗੇ ਅਤੇ ਤੁਹਾਨੂੰ ਖੁਸ਼ ਕਰ ਦੇਵਾਂਗੇ। ਪਰ ਮੇਰੇ ਜੇਠ ਜੀ ਇਸ ਕਰਕੇ ਉਹਨਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਰਹੇ ਸੀ ਅਤੇ ਕਹਿ ਰਹੇ ਸੀ, ਜਦੋਂ ਤੱਕ ਤੁਸੀਂ ਮੈਨੂੰ ਮੂੰਹ ਮੰਗੀ ਰਕਮ ਨਹੀਂ ਦਿੰਦੇ ਮੈਂ ਤੁਹਾਡਾ ਇਲਾਜ ਨਹੀਂ ਕਰਾਂਗਾ। ਮੈਨੂੰ ਆਪਣੇ ਜੇਠ ਜੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਅਤੇ ਇਸ ਸਮੇਂ ਮੈਂ ਸੋਚਿਆ ਸੀ ਕਿ ਇਸ ਤਰ੍ਹਾਂ ਕਰਨ ਨਾਲ ਉਹ ਇੰਨੀ ਜਲਦੀ ਅਮੀਰ ਹੋ ਗਿਆ ਹੈ
ਅਤੇ ਉਸਨੇ ਆਪਣਾ ਘਰ ਅਤੇ ਕਾਰ ਖਰੀਦ ਲਈ ਹੈ। ਫਿਰ ਮੈਂ ਸੋਚਿਆ ਸ਼ਾਇਦ ਮੇਰੇ ਜੇਠ ਜੀ ਦਾ ਇਲਾਜ ਇੰਨਾ ਅਸਰਦਾਰ ਹੈ ਕਿ ਇਸ ਲਈ ਇਹ ਔਰਤਾਂ ਇੰਨੇ ਪੈਸੇ ਦੇ ਕੇ ਚਲੀਆਂ ਜਾਂਦੀਆਂ ਹਨ। ਇੰਨੇ ਪੈਸੇ ਤਾਂ ਕੋਈ ਨਹੀਂ ਦਿੰਦਾ ਕਿਸੇ ਨੂੰ। ਮੈਂ ਬਹੁਤ ਹੈਰਾਨ ਹੋਈ ਜਦੋਂ ਮੈਂ ਦੇਖਿਆ ਕਿ ਮੇਰੇ ਜੇਠ ਜੀ ਦੇ ਕਮਰੇ ਦੇ ਪਿਛਲੇ ਪਾਸੇ ਇੱਕ ਹੋਰ ਦਰਵਾਜ਼ਾ ਸੀ। ਮੇਰੇ ਜੇਠ ਜੀ ਉਹਨਾਂ ਨੂੰ ਉਸ ਦਰਵਾਜ਼ੇ ਰਾਹੀਂ ਵਾਪਸ ਨਹੀਂ ਜਾਣ ਦਿੰਦੇ ਸੀ ਅਤੇ ਉਹਨਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਜਾਣ ਲਈ ਕਹਿੰਦੇ ਸੀ। ਮੈਨੂੰ ਇਹ ਗੱਲ ਬਿਲਕੁਲ ਵੀ ਸਮਝ ਨਹੀਂ ਆਈ। ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਦਾ ਸੀ। ਉੱਥੇ ਮੇਰੇ ਜੇਠ ਜੀ ਬੈਠੇ ਸੀ ਅਤੇ ਹੁਣ ਮੈਨੂੰ ਉਸ ਕਮਰੇ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਮੈਂ ਲੁਕੀ ਹੋਈ ਸੀ ਅਤੇ ਜਦੋਂ ਤੱਕ ਮੇਰੇ ਜੇਠ ਜੀ ਉੱਥੋਂ ਨਹੀਂ ਜਾਂਦੇ ਸੀ ਮੈਂ ਉਹਨਾਂ ਟਾਈਮ ਕਮਰੇ ਤੋਂ ਬਾਹਰ ਨਹੀਂ ਨਿਕਲ ਸਕਦੀ ਸੀ। ਜਦੋਂ ਮੈਂ ਉੱਥੇ ਸੀ ਤਾਂ ਇੱਕ ਔਰਤ ਉੱਥੇ ਆਈ ਅਤੇ ਮੇਰੇ ਜੇਠ ਜੀ ਨਾਲ ਝਗੜਾ ਕਰਨ ਲੱਗੇ। ਜਦੋਂ ਮੈਂ ਧਿਆਨ ਦਿੱਤਾ ਤਾਂ ਉਹ ਮੈਨੂੰ ਜਾਣੀ ਪਛਾਣੀ ਲੱਗ ਰਹੀ ਸੀ ਅਤੇ ਸੋਚਣ ਲੱਗੀ ਕਿ ਇਹ ਉਹੀ ਔਰਤ ਸੀ। ਵਿਆਹ ਤੋਂ ਪਹਿਲਾਂ ਮੈਂ ਆਪਣੇ ਜੇਠ ਜੀ ਦਾ ਪਤਾ ਇਸ ਔਰਤ ਨੂੰ ਦੱਸਿਆ ਸੀ ਜੋ ਉੱਥੇ ਰਹਿੰਦੀ ਸੀ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ। ਉਹ ਔਰਤ ਮੇਰੇ ਜੇਠ ਜੀ ਨੂੰ ਕਹਿਣ ਲੱਗੀ ਕਿ ਤੁਸੀਂ ਜਿੰਨੇ ਵੀ ਪੈਸੇ ਮੰਗੇ ਸਨ ਮੈਂ ਤੁਹਾਨੂੰ ਹਰ ਵਾਰ ਉਨੇ ਹੀ ਪੈਸੇ ਦਿੱਤੇ ਪਰ ਤੁਹਾਡੇ ਇਲਾਜ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ। ਮੈਂ ਆਪਣਾ ਘਰ ਵੀ ਵੇਚ ਦਿੱਤਾ ਅਤੇ ਆਪਣੇ ਗਹਿਣੇ ਵੀ। ਮੈਂ ਸਭ ਕੁਝ ਤੁਹਾਨੂੰ ਦੇ ਦਿੱਤਾ। ਹੁਣ ਮੇਰੇ ਕੋਲ ਕੁਝ ਨਹੀਂ ਬਚਿਆ। ਹੁਣ ਦੱਸੋ ਮੈਨੂੰ ਬੱਚਾ ਕਦੋਂ ਹੋਵੇਗਾ? ਮੇਰੇ ਜੇਠ ਜੀ ਉਸ ਔਰਤ ਨੂੰ ਝਿੜਕ ਰਹੇ ਸੀ ਅਤੇ ਉਸ ਨੂੰ ਕਮਰੇ ਵਿੱਚੋਂ ਬਾਹਰ ਕੱਢ ਰਹੇ ਸੀ। ਉਹ ਔਰਤ ਮੇਰੇ ਜੇਠ ਜੀ ਨੂੰ ਧਮਕੀ ਦੇ ਰਹੀ ਸੀ ਕਿ ਮੈਂ ਤੇਰੀ ਸੱਚਾਈ ਸਭ ਨੂੰ ਦੱਸਾਂਗੀ, ਮੈਂ ਤੈਨੂੰ ਬਦਨਾਮ ਕਰਾਂਗੀ। ਉਹ ਬਹੁਤ ਰੋ ਰਹੀ ਸੀ। ਉਹ ਕਹਿ ਰਹੀ ਸੀ ਕਿ ਮੇਰਾ ਪਤੀ ਹੁਣ ਮੈਨੂੰ ਘਰੋਂ ਕੱਢ ਰਿਹਾ ਹੈ, ਉਹ ਮੈਨੂੰ ਤਲਾਕ ਦੇ ਰਿਹਾ ਹੈ। ਮੈਂ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਡਾਕਟਰ ਦੀ ਇਸ ਦਵਾਈ ਨਾਲ ਮੇਰਾ ਬੱਚਾ ਜ਼ਰੂਰ ਹੋਵੇਗਾ। ਉਹ ਔਰਤ ਉਸ ਸਮੇਂ ਕਹਿ ਰਹੀ ਸੀ ਕਿ ਮੈਨੂੰ ਪੂਨਮ ਦੀਦੀ ਦੀ ਸਲਾਹ ਨਹੀਂ ਮੰਨਣੀ ਚਾਹੀਦੀ ਸੀ ਅਤੇ ਨਾ ਹੀ ਤੁਹਾਡੇ ਕੋਲ ਆਉਣਾ ਚਾਹੀਦਾ ਸੀ। ਪੂਨਮ ਮੇਰੀ ਮਾਂ ਦਾ ਨਾਮ ਸੀ ਅਤੇ ਮੇਰੀ ਮਾਂ ਨੇ ਉਸ ਔਰਤ ਨੂੰ ਹਕੀਮ ਬਾਰੇ ਦੱਸਿਆ ਸੀ ਅਤੇ ਮੈਂ ਆਪਣੀ ਮਾਂ ਨੂੰ ਕਿਹਾ ਸੀ ਇਹ ਸਭ ਮੇਰਾ ਕਸੂਰ ਸੀ। ਮੈਂ ਆਪਣੇ ਜੇਠ ਜੀ ਬਾਰੇ ਬਹੁਤ ਸਾਰੀਆਂ ਔਰਤਾਂ ਨੂੰ ਦੱਸ ਦਿੱਤਾ ਸੀ ਅਤੇ ਮੈਂ ਉਸ ਸਮੇਂ ਜਿੱਥੇ ਛੁਪੀ ਹੋਈ ਸੀ ਉੱਥੇ ਬਾਹਰ ਆ ਗਈ ਸੀ। ਮੇਰੇ ਜੇਠ ਜੀ ਮੈਨੂੰ ਦੇਖ ਕੇ ਬਹੁਤ ਹੈਰਾਨ ਹੋਏ ਕਿਉਂਕਿ ਉਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਮੈਂ ਇੱਥੇ ਵੀ ਹੋ ਸਕਦੀ ਹਾਂ। ਜਿਸ ਤਰ੍ਹਾਂ ਉਹ ਉਸ ਔਰਤ ਨਾਲ ਗੱਲ ਕਰ ਰਿਹਾ ਸੀ ਮੈਨੂੰ ਦੇਖ ਕੇ ਉਹ ਬਹੁਤ ਸ਼ਰਮਿੰਦਾ ਹੋਣ ਲੱਗੀ। ਉਹ ਮੈਨੂੰ ਪੁੱਛਣ ਲੱਗਾ ਭਾਬੀ ਤੁਸੀਂ ਇੱਥੇ ਕੀ ਕਰ ਰਹੇ ਹੋ? ਉਹ ਔਰਤ ਉਸ ਸਮੇਂ ਮੇਰੇ ਜੇਠ ਜੀ ਕੋਲ ਖੜੀ ਸੀ। ਉਹ ਮੇਰੇ ਜੇਠ ਜੀ ਨੂੰ ਕਹਿ ਰਹੀ ਸੀ ਕਿ ਮੈਨੂੰ ਮੇਰੇ ਸਾਰੇ ਪੈਸੇ ਵਾਪਸ ਕਰ ਦਿਓ। ਉਸ ਔਰਤ ਨੇ ਇਸ ਸਮੇਂ ਮੈਨੂੰ ਪਛਾਣ ਲਿਆ। ਮੈਨੂੰ ਕਹਿਣ ਲੱਗੀ ਸ਼ਾਲਿਨੀ ਇਹ ਤੇਰਾ ਜੇਠ ਹੈ, ਇਹ ਪਖੰਡੀ ਹੈ, ਇਹ ਡਾਕਟਰ ਨਹੀਂ ਹੈ। ਉਹ ਔਰਤਾਂ ਤੋਂ ਪੈਸੇ ਚੋਰੀ ਕਰਦਾ ਹੈ ਅਤੇ ਉਸ ਨੂੰ ਦਵਾਈ ਦੇਣ ਤੋਂ ਪਹਿਲਾਂ ਹੀ ਅਜਿਹਾ ਕਰਦਾ ਹੈ ਅਤੇ ਫਿਰ ਉਹ ਬਹੁਤ ਸਾਰੇ ਪੈਸੇ ਦੀ ਮੰਗ ਕਰਦਾ ਹੈ। ਉਹ ਔਰਤ ਮੈਨੂੰ ਕਹਿ ਰਹੀ ਸੀ ਕਿ ਸ਼ਾਲਿਨੀ ਮੈਂ ਤੁਹਾਡੇ ਕਹਿਣ ਤੇ ਇਸ ਡਾਕਟਰ ਕੋਲ ਆਈ ਸੀ। ਉਸ ਦੀਆਂ ਗੱਲਾਂ ਵਿੱਚ ਆ ਕੇ ਮੈਂ ਆਪਣਾ ਘਰ ਵੀ ਵੇਚ ਦਿੱਤਾ। ਹੁਣ ਮੇਰਾ ਪਤੀ ਮੈਨੂੰ ਤਲਾਕ ਦੇ ਰਿਹਾ ਹੈ। ਮੈਨੂੰ ਦੱਸੋ ਮੈਂ ਕਿੱਥੇ ਜਾਵਾਂ? ਇਹ ਸਭ ਤੇਰੇ ਕਰਕੇ ਹੋਇਆ ਹੈ। ਤੂੰ ਮੈਨੂੰ ਇੱਥੇ ਕਿਉਂ ਭੇਜਿਆ? ਹੁਣ ਦੱਸੋ ਮੈਂ ਕੀ ਕਰਾਂ? ਉਹ ਔਰਤ ਬਹੁਤ ਰੋ ਰਹੀ ਸੀ। ਮੈਨੂੰ ਉਸ ਲਈ ਬਹੁਤ ਅਫਸੋਸ ਹੋਇਆ ਕਿਉਂਕਿ ਉਹ ਕਹਿ ਰਹੀ ਸੀ ਕਿ ਜੇਕਰ ਮੈਂ ਉਸਦੇ ਪੈਸੇ ਵਾਪਸ ਨਹੀਂ ਕਰਦਾ ਤਾਂ ਮੇਰਾ ਪਤੀ ਮੈਨੂੰ ਤਲਾਕ ਦੇ ਦੇਵੇਗਾ, ਮੇਰਾ ਘਰ ਤਬਾਹ ਹੋ ਜਾਵੇਗਾ। ਮੇਰਾ ਜੇਠ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ। ਉਹ ਔਰਤ ਨੂੰ ਕਹਿ ਰਿਹਾ ਸੀ ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸੇ ਤੇ ਉਹ ਉਸ ਦੇ ਪੈਸੇ ਵਾਪਸ ਕਰ ਦੇਵੇਗਾ। ਮੈਂ ਆਪਣੇ ਜੇਠ ਨੂੰ ਕਿਹਾ ਕਿ ਤੁਸੀਂ ਇਸ ਔਰਤ ਦੇ ਪੈਸੇ ਵਾਪਸ ਕਰ ਦਿਓ ਅਤੇ ਤੁਸੀਂ ਬਾਕੀ ਸਾਰੀਆਂ ਔਰਤਾਂ ਤੋਂ ਜੋ ਪੈਸੇ ਲੁੱਟੇ ਹਨ ਉਹ ਕੌਣ ਵਾਪਸ ਕਰੇਗਾ? ਮੇਰਾ ਜੇਠ ਮੈਨੂੰ ਕਹਿ ਰਿਹਾ ਸੀ ਕਿ ਭਾਬੀ ਤੁਸੀਂ ਕਿਹੜੀਆਂ ਔਰਤਾਂ ਦੀ ਗੱਲ ਕਰ ਰਹੇ ਹੋ? ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਕੋਈ ਵੀ ਆਪਣੇ ਪੈਸੇ ਵਾਪਸ ਲੈਣ ਲਈ ਨਹੀਂ ਆਵੇਗਾ। ਮੈਂ ਆਪਣੇ ਜੇਠ ਨੂੰ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇਹ ਕਿੰਨਾ ਵੱਡਾ ਪਾਪ ਹੈ। ਜੇ ਤੁਸੀਂ ਡਾਕਟਰ ਨਹੀਂ ਸੀ ਤਾਂ ਤੁਸੀਂ ਲੋਕਾਂ ਨੂੰ ਕਿਉਂ ਕਿਹਾ ਕਿ ਮੈਂ ਤੁਹਾਡਾ ਇਲਾਜ ਕਰਾਂਗਾ ਅਤੇ ਮੇਰੇ ਇਲਾਜ ਨਾਲ ਤੁਸੀਂ ਗਰਭਵਤੀ ਹੋ ਜਾਓਗੇ? ਝੂਠ ਬੋਲਣਾ ਬਹੁਤ ਵੱਡਾ ਪਾਪ ਹੈ ਅਤੇ ਤੁਸੀਂ ਝੂਠ ਦੀ ਕਮਾਈ ਨਾਲ ਸਾਨੂੰ ਸਭ ਨੂੰ ਪਾਲ ਰਹੇ ਹੋ। ਇਹ ਸਾਰੀ ਕਮਾਈ ਗੈਰ ਕਾਨੂੰਨੀ ਹੈ। ਭਾਵ ਅਸੀਂ ਇੰਨੇ ਦਿਨਾਂ ਤੋਂ ਗਲਤ ਕੰਮ ਦੇ ਪੈਸੇ ਖਾ ਰਹੇ ਹਾਂ। ਮੈਂ ਬਹੁਤ ਉਦਾਸ ਹੋ ਗਈ ਕਿ ਤੁਸੀਂ ਜੋ ਪੈਸਾ ਕਮਾਇਆ ਹੈ ਉਸ ਨਾਲ ਮੈਂ
ਆਪਣਾ ਪੇਟ ਭਰਿਆ ਹੈ। ਮੇਰੇ ਜੇਠ ਨੂੰ ਆਪਣੀ ਗਲਤੀ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੋ ਰਿਹਾ ਸੀ, ਇਸ ਲਈ ਮੈਂ ਉਸਦੇ ਸਾਹਮਣੇ ਬੋਲਣਾ ਬੇਕਾਰ ਸਮਝਿਆ ਅਤੇ ਉਸਦੇ ਕਮਰੇ ਤੋਂ ਬਾਹਰ ਚਲੀ ਗਈ। ਮੇਰੇ ਜੇਠ ਜੀ ਨੇ ਜਿੰਨੇ ਪੈਸੇ ਉਸ ਦੀ ਜੇਬ ਵਿੱਚ ਸਨ ਉਹ ਪੈਸੇ ਔਰਤ ਨੂੰ ਦੇ ਦਿੱਤੇ ਅਤੇ ਬਾਕੀ ਪੈਸੇ ਬਾਅਦ ਵਿੱਚ ਦੇਣ ਲਈ ਕਿਹਾ। ਮੈਂ ਆਪਣੇ ਪਤੀ ਨਾਲ ਗੱਲ ਕੀਤੀ ਅਤੇ ਉਸ ਨੂੰ ਆਪਣੇ ਜੇਠ ਬਾਰੇ ਸਭ ਕੁਝ ਦੱਸਿਆ। ਮੈਂ ਉਸ ਨੂੰ ਕਿਹਾ ਕਿ ਮੈਂ ਇਸ ਘਰ ਵਿੱਚ ਇੱਕ ਦਿਨ ਵੀ ਹੋਰ ਨਹੀਂ ਰਹਿਣਾ ਚਾਹੁੰਦੀ ਅਤੇ ਨਾ ਹੀ ਮੈਂ ਆਪਣੇ ਜੇਠ ਦੇ ਕਮਾਏ ਪੈਸਿਆਂ ਨਾਲ ਕੁਝ ਖਾਣਾ ਪੀਣਾ ਚਾਹੁੰਦੀ ਹਾਂ। ਜਦੋਂ ਮੇਰੇ ਪਤੀ ਨੇ ਇਸ ਬਾਰੇ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਉਸ ਦੇ ਭਰਾ ਨੇ ਸਾਫ਼ ਕਹਿ ਦਿੱਤਾ ਕਿ ਜੇਕਰ ਤੁਸੀਂ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੇ ਤਾਂ ਇੱਥੋਂ ਚਲੇ ਜਾਓ, ਬਾਕੀ ਤੁਹਾਨੂੰ ਮੇਰੇ ਬਾਰੇ ਕੁਝ ਕਹਿਣ ਦਾ ਕੋਈ ਹੱਕ ਨਹੀਂ ਹੈ। ਮੈਂ ਅਤੇ ਮੇਰੇ ਪਤੀ ਨੇ ਉਹ ਘਰ ਛੱਡ ਦਿੱਤਾ ਅਤੇ ਮੈਂ ਆਪਣੇ ਪਤੀ ਨਾਲ ਆਪਣੇ ਪੇਕੇ ਘਰ ਚਲੀ ਗਈ। ਅਸੀਂ ਦੋਵੇਂ ਉੱਥੇ ਰਹਿਣ ਲੱਗ ਪਏ। ਮੈਂ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਮੇਰੇ ਪਤੀ ਨੂੰ ਇੱਥੇ ਨੌਕਰੀ ਮਿਲ ਗਈ ਹੈ, ਇਸੇ ਲਈ ਅਸੀਂ ਕੁਝ ਦਿਨ ਤੁਹਾਡੇ ਘਰ ਰਹਿਣ ਆਏ ਹਾਂ। ਮੈਂ ਉੱਥੇ ਟਿਊਸ਼ਨ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਅਤੇ ਅਸੀਂ ਆਪਣਾ ਪੇਟ ਪਾਲਦੇ ਸੀ। ਮੇਰੇ ਪਤੀ ਦੀਆਂ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਉਹਨਾਂ ਨੂੰ ਬਹੁਤ ਵਧੀਆ ਨੌਕਰੀ ਮਿਲੀ, ਜਿਸ ਦੀ ਤਨਖਾਹ ਕਾਫੀ ਚੰਗੀ ਸੀ। ਕੁਝ ਮਹੀਨਿਆਂ ਵਿੱਚ ਅਸੀਂ ਆਪਣਾ ਘਰ ਖਰੀਦ ਲਿਆ, ਕਿਉਂਕਿ ਮੈਂ ਆਪਣੇ ਪਤੀ ਦੀਆਂ ਸਾਰੀਆਂ ਤਨਖਾਹਾਂ ਨੂੰ ਇਕੱਠਾ ਕਰਦੀ ਸੀ ਅਤੇ ਸਿਰਫ ਆਪਣੇ ਟਿਊਸ਼ਨ ਦੇ ਪੈਸੇ ਨਾਲ ਗੁਜ਼ਾਰਾ ਕਰਦੀ ਸੀ। ਮੇਰੇ ਪਤੀ ਮੈਨੂੰ ਕਹਿੰਦੇ ਸਨ ਕਿ ਇਹ ਸਭ ਤੇਰੀ ਮਿਹਨਤ ਸਦਕਾ ਹੋਇਆ ਹੈ। ਜੇ ਤੁਸੀਂ ਮੇਰਾ ਸਾਥ ਨਾ ਦਿੱਤਾ ਹੁੰਦਾ ਤਾਂ ਅਸੀਂ ਕਦੇ ਵੀ ਆਪਣਾ ਘਰ ਨਹੀਂ ਖਰੀਦ ਸਕਦੇ ਸੀ। ਘਰ ਖਰੀਦਣ ਤੋਂ ਬਾਅਦ ਮੈਂ ਆਪਣਾ ਇਲਾਜ ਇੱਕ ਚੰਗੇ ਡਾਕਟਰ ਤੋਂ ਕਰਵਾ ਲਿਆ। ਉਸ ਦੇ ਇਲਾਜ ਦੇ 3 ਮਹੀਨਿਆਂ ਬਾਅਦ ਮੈਂ ਗਰਭਵਤੀ ਹੋ ਗਈ ਸੀ ਅਤੇ ਇਸ ਬਾਰੇ ਬਹੁਤ ਖੁਸ਼ ਸੀ। ਮੈਂ ਮਠਿਆਈਆਂ ਲੈ ਕੇ ਆਪਣੀ ਸੱਸ ਕੋਲ ਚਲੀ ਗਈ। ਉਹ ਵੀ ਇਹ ਖਬਰ ਸੁਣ ਕੇ ਬਹੁਤ ਖੁਸ਼ ਹੋਈ। ਮੈਂ ਆਪਣੀ ਸੱਸ ਨੂੰ ਵੀ ਆਪਣੇ ਨਾਲ ਰਹਿਣ ਲਈ ਕਿਹਾ ਸੀ, ਪਰ ਉਹਨਾਂ ਨੇ ਕਿਹਾ ਕਿ ਤਨੂ ਅਜੇ ਕੁਆਰੀ ਹੈ ਅਤੇ ਮੇਰੇ ਵੱਡੇ ਪੁੱਤਰ ਦੀ ਵਹੁਟੀ ਨਹੀਂ ਹੈ, ਉਹ ਇਕੱਲਾ ਕਿਵੇਂ ਰਹੇਗਾ। ਮੈਂ ਉਦੋਂ ਤੱਕ ਇੱਥੇ ਰਹਾਂਗੀ ਜਦੋਂ ਤੱਕ ਇਹ ਦੋਵੇਂ ਵਿਆਹ ਨਹੀਂ ਕਰਵਾ ਲੈਂਦੇ। ਜਦੋਂ ਮੈਂ ਵਿਆਹ ਕਰ ਦਿਆਂਗੀ ਤਾਂ ਮੈਂ ਤੁਹਾਡੇ ਕੋਲ ਆ ਜਾਵਾਂਗੀ। ਜਦੋਂ ਮੇਰਾ 7ਵਾਂ ਮਹੀਨਾ ਸ਼ੁਰੂ ਹੋਇਆ ਤਾਂ ਤਨੂ ਤੇ ਮੇਰੀ ਸੱਸ ਸਾਡੇ ਘਰ ਆ ਗਈਆਂ। ਮੈਨੂੰ ਆਪਣੀ ਸੱਸ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਉਸ ਸਮੇਂ ਮੇਰੀ ਸੱਸ ਪਹਿਲੀ ਵਾਰ ਸਾਡੇ ਘਰ ਆਈ ਅਤੇ ਬਹੁਤ ਪਰੇਸ਼ਾਨ ਨਜ਼ਰ ਆ ਰਹੀ ਸੀ। ਜਦੋਂ ਮੈਂ ਉਸ ਦੀ ਪਰੇਸ਼ਾਨੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੇ ਵੱਡੇ ਲੜਕੇ ਦਾ ਕਾਰੋਬਾਰ ਬੰਦ ਹੋ ਗਿਆ ਹੈ ਅਤੇ ਸਾਡੇ ਘਰ ਖਾਣ ਲਈ ਕੁਝ ਵੀ ਨਹੀਂ ਹੈ। ਇਹ ਖਬਰ ਸੁਣ ਕੇ ਮੈਂ ਸਮਝਿਆ ਕਿ ਸ਼ਾਇਦ ਸਾਰਿਆਂ ਨੇ ਉਸ ਦੇ ਫਰਜ਼ੀ ਡਾਕਟਰ ਹੋਣ ਬਾਰੇ ਸੁਣ ਲਿਆ ਹੋਵੇਗਾ ਅਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ। ਹੁਣ ਉਹ ਗਰੀਬ ਲੋਕ ਲੁੱਟੇ ਜਾਣ ਤੋਂ ਬਚ ਜਾਣਗੇ, ਕਿਉਂਕਿ ਮੈਂ ਇਹੀ ਚਾਹੁੰਦੀ ਸੀ ਕਿ ਮੇਰਾ ਜੇਠ ਗਰੀਬ ਲੋਕਾਂ ਨੂੰ ਆਪਣੀਆਂ ਗੱਲਾਂ ਦਾ ਲਾਲਚ ਦੇ ਕੇ ਪੈਸੇ ਨਾ ਕਢਵਾ ਸਕੇ। ਮੇਰੀ ਸੱਸ ਤੇ ਮੇਰੀ ਨਣਦ ਹੁਣ ਸਾਡੇ ਨਾਲ ਰਹਿਣ ਲੱਗ ਪਏ ਸਨ, ਪਰ ਮੇਰਾ ਜੇਠ ਮੇਰੇ ਘਰ ਵੀ ਨਹੀਂ ਆਇਆ ਸੀ। ਇੱਕ ਵਾਰ ਮੇਰੇ ਪਤੀ ਨੂੰ ਕੁਝ ਲੋਕਾਂ ਤੋਂ ਪਤਾ ਲੱਗਾ ਕਿ ਮੇਰਾ ਜੇਠ ਆਪਣਾ ਘਰ ਵੇਚ ਰਿਹਾ ਹੈ। ਜਦੋਂ ਮੇਰੇ ਪਤੀ ਨੇ ਆਪਣੇ ਭਰਾ ਕੋਲ ਜਾ ਕੇ ਪੁੱਛਿਆ ਕਿ ਉਹ ਆਪਣਾ ਘਰ ਕਿਉਂ ਵੇਚ ਰਿਹਾ ਹੈ ਤਾਂ ਮੇਰੇ ਜੇਠ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਮੈਂ ਅੱਜ ਤੱਕ ਲੋਕਾਂ ਤੋਂ ਪੈਸੇ ਲਏ ਹਨ, ਹੁਣ ਕਈ ਲੋਕ ਮੇਰੇ ਤੋਂ ਪੈਸੇ ਲੈਣ ਆ ਰਹੇ ਹਨ। ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਜੋ ਮੈਂ ਉਹਨਾਂ ਨੂੰ ਵਾਪਸ ਦੇ ਸਕਾਂ। ਮੇਰਾ ਜੇਠ ਆਪਣੇ ਭਰਾ ਨੂੰ ਪੁੱਛ ਰਿਹਾ ਸੀ ਕਿ ਮੈਂ ਹੁਣ ਕਿੱਥੇ ਜਾਵਾਂਗਾ। ਹੁਣ ਪੁਲਿਸ ਮੈਨੂੰ ਫੜ ਕੇ ਲੈ ਜਾਵੇਗੀ, ਮੈਨੂੰ ਬਚਾਓ। ਮੈਂ ਆਪਣੇ ਕੀਤੇ ਤੇ ਬਹੁਤ ਪਛਤਾ ਰਿਹਾ ਹਾਂ। ਮੈਨੂੰ ਝੂਠ ਨਹੀਂ ਬੋਲਣਾ ਚਾਹੀਦਾ ਸੀ, ਮੈਨੂੰ ਲੋਕਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਸੀ। ਮੇਰਾ ਜੇਠ ਬਹੁਤ ਡਰਿਆ ਹੋਇਆ ਸੀ ਕਿਉਂਕਿ ਕਈ ਲੋਕਾਂ ਨੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਸਨ ਕਿ ਉਹ ਪੁਲਿਸ ਕੋਲ ਜਾ ਕੇ ਲੋਕਾਂ ਨਾਲ ਝੂਠ ਬੋਲ ਕੇ ਪੈਸੇ ਲੁੱਟਣ ਦੀ ਸ਼ਿਕਾਇਤ ਦਰਜ ਕਰਵਾਉਣਗੇ। ਮੇਰੇ ਪਤੀ ਨੇ ਔਖੇ ਸਮੇਂ ਵਿੱਚ ਆਪਣੇ ਭਰਾ ਦਾ ਬਹੁਤ ਸਾਥ ਦਿੱਤਾ। ਮੇਰੇ ਪਤੀ ਨੇ ਆਪਣੇ ਭਰਾ ਨੂੰ ਘਰ ਨਾ ਵੇਚਣ ਲਈ ਕਿਹਾ। ਮੇਰੇ ਕੋਲ ਜਿੰਨੇ ਵੀ ਪੈਸੇ ਹਨ ਮੈਂ ਤੁਹਾਡੀ ਮਦਦ ਕਰਾਂਗਾ ਅਤੇ ਤੁਹਾਡੇ ਸਿਰ ਜੋ ਵੀ ਕਰਜ਼ਾ ਹੈ ਹੌਲੀ-ਹੌਲੀ ਅਦਾ ਕਰਾਂਗਾ, ਪਰ ਇਹ ਸੰਭਵ ਨਹੀਂ ਸੀ ਕਿਉਂਕਿ ਪੈਸੇ ਬਹੁਤ ਜ਼ਿਆਦਾ ਸਨ ਜੋ ਘਰ ਵੇਚ ਕੇ ਹੀ ਮੋੜ ਸਕਦੇ ਸਨ। ਮੇਰੇ ਜੇਠ ਨੇ ਆਪਣਾ ਘਰ ਵੇਚ ਦਿੱਤਾ। ਕਈ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰ ਦਿੱਤੇ, ਜਦ ਕਿ ਉਸਨੇ ਕਈ ਲੋਕਾਂ ਤੋਂ ਮਾਫੀ ਵੀ ਮੰਗੀ। ਮੇਰਾ ਪਤੀ ਆਪਣੇ ਭਰਾ ਨਾਲ ਸਾਡੇ ਘਰ ਆ ਗਿਆ ਸੀ ਅਤੇ ਮੇਰਾ ਜੇਠ ਆਪਣੀਆਂ ਨਜ਼ਰਾਂ ਵਿੱਚ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਉਸਨੇ ਮੇਰੇ ਨਾਲ ਬਹੁਤ ਬਹਿਸ ਕੀਤੀ ਸੀ। ਮੈਨੂੰ ਕਿਹਾ ਕਿ ਤੁਹਾਨੂੰ ਮੇਰੇ ਮਾਮਲੇ ਵਿੱਚ ਪੈਣ ਦੀ ਕੋਈ ਲੋੜ ਨਹੀਂ ਹੈ, ਪਰ ਮੈਂ ਆਪਣੇ ਜੇਠ ਨੂੰ ਹੌਸਲਾ ਰੱਖਣ ਲਈ ਕਿਹਾ ਅਤੇ ਕਿਹਾ ਕਿ ਚੰਗਾ ਪੈਸਾ ਕਮਾਓ ਜਿਸ ਵਿੱਚ ਬਹੁਤ ਸ਼ਾਂਤੀ ਹੈ, ਭਾਵੇਂ ਇਹ ਥੋੜਾ ਹੀ ਹੋਵੇ ਤੇ ਚੰਗਾ ਗੁਜ਼ਾਰਾ ਹੋ ਜਾਂਦਾ ਹੈ।
ਉਹਨਾਂ ਨੂੰ ਵਾਪਸ ਕਰਨ ਦੀ ਕੋਈ ਚਿੰਤਾ ਨਹੀਂ ਹੁੰਦੀ। ਅੱਜ ਤੁਹਾਡੀ ਜਿੰਨੀ ਬਦਨਾਮੀ ਹੋ ਰਹੀ ਹੈ, ਜੇ ਤੁਸੀਂ ਇਹ ਕਦਮ ਨਾ ਚੁੱਕਿਆ ਹੁੰਦਾ ਅਤੇ ਝੂਠ ਬੋਲ ਕੇ ਪੈਸਾ ਨਾ ਕਮਾਇਆ ਹੁੰਦਾ ਤਾਂ ਸ਼ਾਇਦ ਤੁਹਾਡੀ ਕੁਝ ਇੱਜ਼ਤ ਬਚ ਜਾਂਦੀ। ਮੇਰਾ ਜੇਠ ਬਹੁਤ ਪਛਤਾਵਾ ਅਤੇ ਸ਼ਰਮ ਮਹਿਸੂਸ ਕਰ ਰਿਹਾ ਸੀ। ਹੁਣ ਸਾਰੇ ਸਾਡੇ ਘਰ ਰਹਿਣ ਲੱਗ ਪਏ। ਮੇਰੇ ਪਤੀ ਜਿਸ ਕੰਪਨੀ ਵਿੱਚ ਕੰਮ ਕਰਦੇ ਸਨ, ਉਸਨੇ ਆਪਣੇ ਭਰਾ ਨੂੰ ਉੱਥੇ ਨੌਕਰੀ ਵੀ ਦਿਵਾਈ ਅਤੇ ਬਾਕੀ ਜਿੰਨੇ ਲੋਕਾਂ ਦੇ ਪੈਸੇ ਬਾਕੀ ਰਹਿ ਗਏ ਸਨ, ਹੌਲੀ-ਹੌਲੀ ਸਾਰਿਆਂ ਦੇ ਪੈਸੇ ਵਾਪਸ ਹੋ ਗਏ। ਹੁਣ ਮੇਰੇ ਜੇਠ ਕੋਲ ਕਿਸੇ ਵੀ ਔਰਤ ਦੇ ਪੈਸੇ ਨਹੀਂ ਸਨ। ਦੋਵਾਂ ਭਰਾਵਾਂ ਨੇ ਮਿਲ ਕੇ ਆਪਣੀ ਭੈਣ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਕੀਤਾ ਅਤੇ ਉਹਨਾਂ ਨੇ ਭਰਾ ਵਜੋਂ ਆਪਣਾ ਫਰਜ਼ ਨਿਭਾਇਆ ਸੀ। ਤਨੂ ਦੇ ਵਿਆਹ ਤੇ ਮੈਂ ਬਹੁਤ ਖੁਸ਼ ਸੀ, ਪਰ ਮੈਂ ਬਹੁਤ ਦੁਖੀ ਵੀ ਸੀ ਕਿਉਂਕਿ ਉਹ ਮੇਰੇ ਤੋਂ ਦੂਰ ਜਾ ਰਹੀ ਸੀ। ਤਨੂ ਦੇ ਵਿਆਹ ਵਾਲੇ ਦਿਨ ਅਸੀਂ ਦੋਵੇਂ ਦੋਸਤ ਜੱਫੀ ਪਾ ਕੇ ਬਹੁਤ ਰੋਏ। ਹੁਣ ਮੇਰੇ ਪਤੀ ਅਤੇ ਜੇਠ ਦੋਵੇਂ ਕੰਮ ਕਰ ਰਹੇ ਸਨ ਅਤੇ ਸਾਡਾ ਘਰ ਬਹੁਤ ਵਧੀਆ ਚੱਲ ਰਿਹਾ ਸੀ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਸੀ ਕਿ ਦੋਵੇਂ ਭਰਾ ਇਕੱਠੇ ਰਹਿੰਦੇ ਸਨ, ਪਰ ਮੇਰੀ ਸੱਸ ਨੂੰ ਬਹੁਤ ਚਿੰਤਾ ਸੀ ਕਿ ਹੁਣ ਮੇਰੇ ਪੁੱਤਰ ਨਾਲ ਕੋਈ ਵਿਆਹ ਨਹੀਂ ਕਰੇਗਾ ਕਿਉਂਕਿ ਉਹ ਹੁਣ ਇੰਨਾ ਬਦਨਾਮ ਹੋ ਗਿਆ ਸੀ ਕਿ ਕੋਈ ਵੀ ਉਸ ਨੂੰ ਆਪਣੀ ਧੀ ਨਹੀਂ ਦੇਣਾ ਚਾਹੇਗਾ। ਮੈਂ ਆਪਣੀ ਸੱਸ ਦੀ ਇਹ ਤਕਲੀਫ ਵੀ ਖਤਮ ਕਰ ਦਿੱਤੀ ਅਤੇ ਆਪਣੀ ਮੰਮੀ ਦੀ ਸਹੇਲੀ ਤੋਂ ਆਪ ਆਪਣੇ ਜੇਠ ਲਈ ਉਸ ਧੀ ਦਾ ਰਿਸ਼ਤਾ ਮੰਗਿਆ ਕਿਉਂਕਿ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਸੀ ਅਤੇ ਆਪਣੇ ਪੇਕੇ ਘਰ ਵਿੱਚ ਕਦੇ ਵੀ ਆਪਣੇ ਸਹੁਰੇ ਘਰ ਬਾਰੇ ਸ਼ਿਕਾਇਤ ਨਹੀਂ ਕੀਤੀ। ਇਸੇ ਲਈ ਮੇਰੀ ਮਾਂ ਦੀ ਸਹੇਲੀ ਨੂੰ ਆਪਣੀ ਧੀ ਦਾ ਵਿਆਹ ਕਰਨ ਵਿੱਚ ਕੋਈ ਇਤਰਾਜ਼ ਨਹੀਂ ਸੀ ਅਤੇ ਫਿਰ ਮੈਂ ਉਸ ਦਾ ਵਿਆਹ ਆਪਣੇ ਜੇਠ ਨਾਲ ਕਰਵਾ ਦਿੱਤਾ। ਹੁਣ ਅਸੀਂ ਸਾਰੇ ਇਕੱਠੇ ਰਹਿੰਦੇ ਸੀ ਅਤੇ ਸੱਸ ਦੀ ਦਿਲ ਤੋਂ ਸੇਵਾ ਕਰਦੇ ਸੀ। ਬਦਲੇ ਵਿੱਚ ਸਾਡੀ ਸੱਸ ਸਾਨੂੰ ਬਹੁਤ ਸਾਰੇ ਅਸੀਸਾਂ ਦਿੰਦੀ ਸੀ ਅਤੇ ਸਾਨੂੰ ਕਹਿੰਦੀ ਸੀ ਕਿ ਤੁਸੀਂ ਦੋਵੇਂ ਮੇਰੀਆਂ ਨੂੰਹ ਨਹੀਂ ਹੋ, ਮੇਰੀਆਂ ਧੀਆਂ ਹੋ ਅਤੇ ਫਿਰ ਅਸੀਂ ਬਹੁਤ ਚੰਗੀ ਜ਼ਿੰਦਗੀ ਜੀਣ ਲੱਗੇ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਬੈਲ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।